राग सूहे शांता महला तीजा घर दूजा। कल पहले पातशाह धन धन सतगुरु श्री गुरु नानक देव साहब जी महाराज जी दे उचारण किए हुए छंद शब्दों की कथा विचार संपूर्ण हुई सी। अज सूही राग दे विच धन सतगुरु श्री गुरु अमरदास साहब जी महाराज जी दे छंद शब्द प्रारंभ हो रहे हैं। धन श्री गुरु अमरदास साहब जी महाराज श्री गोइंदवाल साहब दे विच विराजमान सन। संगतां चार चफेरे तो जथे बना के सतगुरां दे दर्शन करन लई आउंदियां सन। सतगुरु साहब जी संगतां दा होरनां पासियां तो ध्यान छुड़ा के परमेश्वर दे नाम दे विच ध्यान लाउण लई सूही रागनी दे विच ये छंद शब्द उचारण कर रहे हैं। एको ओंकार सो दूसरे घर दूजा दूजे सुर ताल के अंदर ये शब्द उचारते ने। पहला मंगल करते हैं सो एक ओंकार उचार रहे हैं जो श्री गुरु अर्जन देव साहब जी महाराज ने श्री गुरु ग्रंथ साहब जी की लिखत करवाई है। साहिबां का नियम है कि जदों भी कोई नवा चैप्टर प्रारंभ होंदा है तो मंगल जरूर करते हैं। इत्थे बीज मंत्र उचारण करके पहला मंगल कर रहे हैं कि एक अद्वितीय ब्रह्म है ओंकार जो सर्वदा प्रकाशक है। सतगुर प्रसाद जो सतगुरां दी प्रसाद कृपा द्वारा प्राप्त होंदा है। सोखा सोहलड़ा हर ध्यावहो। ये भाई जेकर सुख अते जस की लोड़ समझते हो तो एक चित हो के हरि परमेश्वर नूं ध्याना करो या इस प्रकार सुख सोहलड़ा हर ध्यावहो। सुख आनंद स्वरूप हरि परमेश्वर दे जस नूं ध्याना करो। गुरमुख हर फल पावहो। ता धर्म अर्थ ते काम मोख इत्यादि तुहानूं दातां प्राप्त होणगियां। मुखी गुरा या गुरमुखां की संगत करके हरि परमेश्वर की प्राप्ति कराउण वाले ब्रह्म ज्ञान रूप फल नूं तुसीं पा लवोगे। गुरमुख फल पावो हर नाम ध्यावहो। ये भाई जे हरि परमेश्वर के नाम नूं ध्यावोगे आराधना करोगे ता ही मुखी गुरा या गुरमुखां की संगत करके ब्रह्म ज्ञान रूप फल नूं पावोगे। जन्म जन्म के दुख निवारे। जिस करके जन्म जन्मांतरां दे दुख तुहाडे निवृत्त हो जाणगे। बलिहारी गुर अपने विटहो। हे भाई असीं अपने गुरां सतगुरां तो श्री गुरु अंगद देव जी के उपरों बलिहारी कुर्बान जाते हैं। जिन कारज सब सवारे। जिन्हां गुरां ने साडे या सिखां दे ब्रह्म ज्ञान या मोख आदि दे सारे कारज काम संवार दिते हैं।
ਪ੍ਰਭ ਕਿਰਪਾ ਕਰੇ ਹਰ ਜਪਹੁ। ਇਹ ਭਾਈ ਹਰੀ ਪਰਮੇਸ਼ਰ ਦਾ ਨਾਮ ਜਪਿਆ ਕਰੋ, ਤਾਂ ਹੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਜੋ ਪ੍ਰਭ ਪਰਮੇਸ਼ਰ ਹੈ ਇਹ ਕਿਰਪਾ ਮੇਰ ਦੀ ਦ੍ਰਿਸ਼ਟੀ ਕਰੇਗਾ। ਸੁਖ ਫਲ ਹਰ ਜਨ ਪਾਵਹੁ। ਅਤੇ ਹਰੀ ਪਰਮੇਸ਼ਰ ਦੇ ਸੰਤ ਭਗਤ ਜਨਾਂ ਦੀ ਸੰਗਤ ਨਾਲ ਮਿਲ ਕੇ ਸੁਖ ਆਨੰਦ ਸਰੂਪ ਰੂਪੀਏ ਫਲ ਨੂੰ ਤੁਸੀਂ ਪਾ ਲਵੋਗੇ। ਨਾਨਕ ਕਹ ਸੁਨਹੁ ਜਨ ਪਾਈ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਭਰਾਵੋ, ਇਹ ਜਨੋ ਸੁਣਨਾ ਕਰੋ, ਅਸੀਂ ਤੁਹਾਨੂੰ ਇਹ ਵਿਚਾਰ ਕਹਿੰਦੇ ਦੱਸਦੇ ਹਾਂ। ਸੁਖ ਸੋਹਲੜਾ ਹਰ ਧਿਆਵਹੁ। ਕਿ ਸੁਖ ਅਤੇ ਆਨੰਦ ਦੇਣ ਵਾਲੇ ਹਰੀ ਪਰਮੇਸ਼ਰ ਨੂੰ ਇੱਕ ਚਿਤ ਹੋ ਕੇ ਧਿਆਉਣਾ ਕਰੋ ਗੁਰਮੁਖੋ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ। ਜਿਨ੍ਹਾਂ ਦੇ ਮਨ ਹਰੀ ਪਰਮੇਸ਼ਰ ਦੇ ਗੁਣ ਸੁਣ ਕੇ ਪ੍ਰੇਮ ਦੇ ਵਿੱਚ ਭਿੱਜ ਗਏ ਨੇ, ਉਹਨਾਂ ਨੂੰ ਸ਼ਾਂਤੀ ਵਾਲਾ ਸੁਭਾਅ ਪ੍ਰਾਪਤ ਹੋਇਆ ਹੈ। ਇਸੇ ਪ੍ਰਕਾਰ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ। ਇਹ ਭਾਈ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਸੁਣਨਾ ਕਰੋ, ਤਾਂ ਸੁਤੇ ਸਿੱਧ ਸੁਭਾਵਿਕ ਹੀ ਮਨ ਪ੍ਰੇਮ ਰਸ ਦੇ ਵਿੱਚ ਭਿੱਜ ਜਾਵੇਗਾ। ਗੁਰਮਤਿ ਸਹਿਜੇ ਨਾਮ ਤੇ ਆਏ। ਇਹ ਭਾਈ ਗੁਰ ਸਿੱਖਿਆ ਦੁਆਰਾ ਨਿਰਯਤਨ ਮਨ ਦੇ ਫੁਰਰਿਆਂ ਨੂੰ ਮੇਟ ਕੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੋ। ਜਿਨ ਕੋ ਤੁਰ ਲਿਖਿਆ ਤਨ ਗੁਰ ਮਿਲਿਆ। ਜਿਨ੍ਹਾਂ ਦੇ ਤੁਰ ਆਦਿ ਤੋਂ ਪੂਰਬਲੇ ਪੁੰਨ ਕਰਮਾਂ ਦਾ ਸਦਕਾ ਗੁਰ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਸੀ, ਉਹਨਾਂ ਨੂੰ ਸੱਚੇ ਗੁਰਾਂ ਦਾ ਮਿਲਾਪ ਹੋਇਆ ਹੈ। ਜਨਮ ਮਰਨ ਪਉ ਭਾਗਾ। ਜਿਸ ਕਰਕੇ ਉਹਨਾਂ ਦਾ ਜੰਮਣ ਅਤੇ ਮਰਨ ਦਾ ਜੋ ਡਰ ਹੈ ਉਹ ਭੱਜ ਗਿਆ ਹੈ। ਅੰਦਰਹ ਦੁਰਮਤ ਦੂਜੀ ਖੋਈ। ਜਿਨ੍ਹਾਂ ਪੁਰਖਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਦਵੈਤ ਵਾਲੀ ਖੋਟੀ ਮਤ ਨਾਸ਼ ਕੀਤੀ ਹੈ, ਇਸੇ ਪ੍ਰਕਾਰ ਅੰਦਰਹ ਦੁਰਮਤ ਦੂਜੀ ਖੋਈ। ਅੰਦਰੋਂ ਜੋ ਦੂਜੀ ਦੁਰਮਤ ਹੈ ਉਹ ਖੋਟੀ ਹੈ ਅਤੇ ਗੁਰਮਤਿ ਸ੍ਰੇਸ਼ਟ ਹੈ, ਜਿਸ ਦੁਆਰਾ ਵਾਹਿਗੁਰੂ ਪਰਮੇਸ਼ਰ ਨਾਲ ਬਿਰਤੀ ਲੱਗ ਜਾਂਦੀ ਹੈ। ਉਹ ਪੁਰਖ ਪਰਮੇਸ਼ਰ ਦੀ ਲਿਵ ਦੇ ਵਿੱਚ ਲੱਗਣਾ ਕਰਦੇ ਨੇ। ਉਹਨਾਂ ਦੀ ਜਿਹੜੀ ਬਿਰਤੀ ਹੈ ਸੋ ਜਨ ਹਰ ਲਿਵ ਲਗਾ। ਉਹ ਬਿਰਤੀ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜੀ ਰਹਿੰਦੀ ਹੈ, ਕਿਉਂਕਿ ਵਾਹਿਗੁਰੂ ਆਪ ਕਿਰਪਾ ਕਰਦਾ ਹੈ, ਉਹਨਾਂ ਨੂੰ ਆਪ ਦੇ ਨਾਮ ਗਿਆਨ ਦੇ ਵਿੱਚ ਲਾ ਲੈਂਦਾ ਹੈ। ਜਿਨ ਕਉ ਕਿਰਪਾ ਕੀਨੀ ਮੇਰਾ ਸੁਆਮੀ। ਇਹ ਭਾਈ ਜਿਨ੍ਹਾਂ ਦੇ ਉੱਪਰ ਮੇਰੇ ਮਾਲਕ ਪਰਮਾਤਮਾ ਨੇ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਹੈ। ਤਿਨ ਆਣ ਦਿਨ ਹਰ ਗੁਣ ਗਾਏ। ਉਹਨਾਂ ਨੇ ਹੀ ਰਾਤ ਦਿਨ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਅਤੇ ਸੁਣ ਮਨ ਭੀਨੇ ਸਹਿਜ ਸੁਭਾਏ। ਉਹਨਾਂ ਦੁਆਰਾ ਹਰੀ ਜਸ ਸਰਵਣ ਕਰਕੇ ਹੋਰਨਾਂ ਅਧਿਕਾਰੀਆਂ ਦੇ ਮਨ ਵੀ ਨਾਮ ਰਸ ਦੇ ਵਿੱਚ ਭਿੱਜ ਗਏ ਹਨ ਅਤੇ ਉਹਨਾਂ ਅਧਿਕਾਰੀਆਂ ਦਾ ਸ਼ਾਂਤੀ ਵਾਲਾ ਸੁਭਾਅ ਹੋ ਗਿਆ ਹੈ। ਜੁਗ ਮਹਿ ਰਾਮ ਨਾਮ ਨਿਸਤਾਰਾ। ਇਸ ਕਲਯੁਗ ਦੇ ਵਿੱਚ ਚੌਂ ਜੁਗੀ ਪਰਪੰਚ ਦੇ ਵਿੱਚੋਂ
ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਵਿਦਿਆ ਰੂਪ ਨਿਸ ਰਾਤ ਤੋਂ ਪਾਰ ਉਤਾਰਾ ਹੁੰਦਾ ਹੈ। ਗੁਰ ਤੇ ਉਪਜੈ ਸ਼ਬਦ ਵਿਚਾਰਾ। ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜਦ ਉਪਦੇਸ਼ ਬਖਸ਼ਦੇ ਨੇ ਤਾਂ ਗੁਰਾਂ ਦੇ ਉਪਦੇਸ਼ ਤੋਂ ਹੀ ਹਿਰਦੇ ਵਿੱਚ ਬ੍ਰਹਮ ਦਾ ਵਿਚਾਰ ਪੈਦਾ ਹੁੰਦਾ ਹੈ। ਕਿਉਂਕਿ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ। ਗੁਰ ਉਪਦੇਸ਼ ਨੂੰ ਵਿਚਾਰਿਆ ਹੀ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ। ਜਿਸ ਕਿਰਪਾ ਕਰੇ ਸੋ ਪਾਏ। ਜਿਸ ਉਤੇ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਦਾ ਹੈ, ਉਹੀ ਗੁਰ ਉਪਦੇਸ਼ ਨੂੰ ਪਾ ਲੈਂਦਾ ਹੈ। ਸਹਿਜੇ ਗੁਣ ਗਾਵੈ ਦਿਨ ਰਾਤੀ। ਜੋ ਸੁਤੇ ਸਿਧ ਨਿਰਯਤਨ ਹੀ ਦਿਨ ਰਾਤ ਇੱਕ ਰਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ। ਕਿਲ ਵੇਖ ਸਭ ਗਵਾਏ। ਉਹਦੇ ਸਾਰੇ ਜਿਹੜੇ ਪਾਪ ਨੇ ਉਹ ਗਵਾ ਜਾਂਦੇ ਨੇ। ਉਹ ਆਪਣੇ ਸਾਰੇ ਪਾਪਾਂ ਨੂੰ ਗਵਾ ਲੈਂਦਾ ਹੈ ਅਤੇ ਇਸ ਤਰ੍ਹਾਂ ਬੇਨਤੀ ਕਰਦਾ ਹੈ ਕਿ ਸਭ ਕੋ ਤੇਰਾ ਤੂੰ ਸਭਨਾ ਕਾ। ਇਹ ਪਰਮੇਸ਼ਰ ਸਭ ਕੋਈ ਤੇਰਾ ਹੀ ਦਾਸ ਹੈ ਜਾਂ ਸਾਰਾ ਕੁਝ ਤੁਹਾਡਾ ਹੀ ਬਣਾਇਆ ਹੋਇਆ ਹੈ ਤੇ ਤੂੰ ਸਾਰਿਆਂ ਦਾ ਸੁਆਮੀ ਹੈ। ਹਾਉ ਤੇਰਾ ਤੂੰ ਹਮਾਰਾ। ਮੈਂ ਵੀ ਤੇਰਾ ਦਾਸ ਹਾਂ ਤੇ ਤੂੰ ਮੇਰਾ ਸੁਆਮੀ ਮਾਲਕ ਹੈ। ਜੁਗ ਮਹਿ ਰਾਮ ਨਾਮ ਨਿਸਤਾਰਾ। ਇਹ ਰਾਮ ਪਰਮੇਸ਼ਰ ਇਸ ਕਲਯੁਗ ਦੇ ਸਮੇਂ ਦੇ ਵਿੱਚ ਆਪ ਜੀ ਦਾ ਨਾਮ ਜਪਣ ਕਰਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਸਾਜਨ ਆਏ ਉਠੇ ਘਰ ਮਾਹੀ। ਜਿਸ ਦੇ ਘਰ ਦੇ ਵਿੱਚ ਸੱਜਣ ਮਹਾਤਮਾ ਆ ਕੇ ਵਸੇ ਹਨ, ਇਸੇ ਪ੍ਰਕਾਰ ਸਾਜਨ ਆਏ ਉਠੇ ਘਰ ਮਾਹੀ। ਜਿਸ ਦੇ ਹਿਰਦੇ ਰੂਪੀ ਘਰ ਵਿੱਚ ਸ਼ੁਭ ਗੁਣ ਰੂਪ ਸੱਜਣ ਆ ਕੇ ਵਸੇ ਨੇ। ਹਰ ਗੁਣ ਗਾਵੈ ਤ੍ਰਿਪਤ ਅਗਾਹੀ। ਉਹੀ ਹਰੀ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਇਸ ਲਈ ਉਸ ਦਾ ਮਨ ਇਸ ਲੋਕ ਦੇ ਪਦਾਰਥਾਂ ਵੱਲੋਂ ਰੱਜ ਗਿਆ ਹੈ ਅਤੇ ਸਵਰਗ ਆਦਿਕ ਦੇ ਪਦਾਰਥਾਂ ਵੱਲੋਂ ਵੀ ਅਗਾਹੀ ਤ੍ਰਿਪਤ ਹੋ ਗਿਆ ਹੈ। ਹਰ ਗੁਣ ਗਾਏ ਸਦਾ ਤ੍ਰਿਪਤਾਸੇ। ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਗੁਣ ਗਾਏ ਨੇ, ਉਸੇ ਦੀ ਆਸੇ ਕਰਕੇ ਜਿਹੜੀ ਬਿਰਤੀ ਹੈ ਉਹ ਸਦਾ ਵਾਸਤੇ ਰਜ ਗਈ ਹੈ। ਫਿਰ ਭੂਖ ਨ ਲੱਗੈ ਆਏ। ਅਤੇ ਫਿਰ ਮੁੜ ਕੇ ਉਸ ਨੂੰ ਦੁਨੀਆ ਦੇ ਪਦਾਰਥਾਂ ਦੀ ਆਸ ਰੂਪੀ ਭੁੱਖ ਨਹੀਂ ਆ ਕੇ ਲੱਗਦੀ। ਦਹਿ ਤਿਸ ਪੂਜ ਹੋਵੈ ਹਰ ਜਨ ਕੀ। ਉਸ ਹਰੀ ਪਰਮੇਸ਼ਰ ਦੇ ਸੇਵਕ ਦੀ ਦਸੇ ਦਿਸ਼ਾਵਾਂ ਦੇ ਵਿੱਚ ਦੁਨੀਆ ਪੂਜਨ ਕਰਦੀ ਹੈ। ਜੋ ਹਰ ਹਰ ਨਾਮ ਧਿਆਏ। ਜੋ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ। ਨਾਨਕ ਹਰਿ ਆਪੇ ਜੋੜ ਵਿਛੋੜੇ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਸ ਨੂੰ ਪਰਮੇਸ਼ਰ ਨੇ ਆਪ ਗੁਰਾਂ ਦੁਆਰਾ ਆਪਣੇ ਨਾਮ ਦੇ ਨਾਲ ਜੋੜ ਲਿਆ ਹੈ, ਉਸ ਦੇ ਜੰਮਣ ਮਰਨ ਅਗਿਆਨ ਆਦਿਕ ਦੀ ਔਗਣ ਵਿਛੋੜੇ ਜੁਦਾ
ਵੱਖਰੇ ਕਰ ਦਿੱਤੇ ਹਨ ਅਤੇ ਉਸ ਦੀ ਐਸੀ ਦੇਵ ਦ੍ਰਿਸ਼ਟੀ ਜਾਗੀ ਹੈ। ਹਰ ਬਿਨ ਕੋ ਦੂਜਾ ਨਾਹੀ, ਕਿ ਉਸ ਨੂੰ ਹਰੀ ਪਰਮੇਸ਼ਰ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿਖਦਾ ਹੈ। ਇਸੇ ਪ੍ਰਕਾਰ ਨਾਨਕ ਹਰਿ ਆਪੇ ਜੋੜ ਵਿਛੋੜੇ, ਉਸ ਗੁਰਮੁਖ ਦੇ ਸੋ ਪਰਮੇਸ਼ਰ ਨੇ ਆਪ ਹੀ ਆਪਣੇ ਨਾਲੋਂ ਸਰੀਰਾਂ ਪਦਾਰਥਾਂ ਦੇ ਨਾਲੋਂ ਜੋੜਦਾ ਤੇ ਵਿਛੋੜਦਾ ਹੈ। ਪਰਮੇਸ਼ਰ ਤੋਂ ਬਗੈਰ ਹਰ ਬਿਨ ਕੋ ਦੂਜਾ ਨਾਹੀ, ਜੋੜਨੇ ਤੇ ਵਿਛੋੜਨੇ ਵਾਲਾ ਕੋਈ ਹੋਰ ਦੂਜਾ ਨਹੀਂ ਹੈ। ਜਿਹੜੇ ਤਾਂ ਗੁਰਮੁਖ ਮਹਾਰਾਜ ਨੂੰ ਭਾ ਜਾਂਦੇ ਨੇ, ਉਹਨਾਂ ਨੂੰ ਆਪ ਦੇ ਨਾਮ ਦੇ ਨਾਲ ਜੋੜ ਲੈਂਦਾ ਹੈ। ਤੇ ਜਿਹੜੇ ਕਰਮਾਂ ਦੀ ਮਾਰ ਹੇਠ ਆ ਜਾਂਦੇ ਨੇ, ਪਰਮਾਤਮਾ ਉਹਨਾਂ ਨੂੰ ਆਪ ਹੀ ਵਿਛੋੜ ਦਿੰਦਾ ਹੈ। ਸੋ ਐਸੀ ਵਾਹਿਗੁਰੂ ਦੀ ਖੇਡ ਹੈ, ਉਹਦੇ ਤੋਂ ਬਗੈਰ ਕੋਈ ਵੀ ਜੋੜਨ ਵਾਲਾ ਨਹੀਂ ਹੈ, ਉਹਦੇ ਤੋਂ ਬਗੈਰ ਕੋਈ ਵੀ ਵਿਛੋੜਨ ਵਾਲਾ ਨਹੀਂ ਹੈ। ਜੇ ਆਪਾਂ ਗੁਰੂ ਘਰ ਦੇ ਨਾਲ ਜੁੜੇ ਹਾਂ, ਸੰਗਤ ਵਿੱਚ ਬੈਠੇ ਹਾਂ, ਤੇ ਸਮਝ ਲਓ ਕਿ ਵਾਹਿਗੁਰੂ ਦੀ ਕਿਰਪਾ, ਉਹਨੇ ਧੱਕਾ ਲਾ ਕੇ ਸਾਨੂੰ ਇੱਥੇ ਲਿਆਂਦਾ ਹੈ। ਆਪ ਦੀ ਮਰਜ਼ੀ ਕੋਈ ਨਹੀਂ ਹੈ, ਪਰਮਾਤਮਾ ਦੀ ਕਿਰਪਾ ਨਾਲ ਹੀ ਉੱਦਮ ਮਿਲਿਆ ਹੈ। ਤੇ ਜਦ ਵਿਛੜ ਜਾਈਦਾ ਹੈ, ਉਹ ਵੀ ਕਰਮਾਂ ਦੀ ਮਾਰ ਦੇ ਮੁਤਾਬਕ ਵਾਹਿਗੁਰੂ ਕੋਈ ਬੁਰਾ ਕਰਮ ਆ ਜਾਂਦਾ ਤਾਂ ਸੰਗਤ ਨਾਲੋਂ ਵਿਛੋੜਦਾ ਹੈ। ਸੋ ਇੰਝ ਉਹ ਪਰਮਾਤਮਾ ਤੋਂ ਬਗੈਰ ਨਾ ਤਾਂ ਕੋਈ ਜੋੜ ਸਕਦਾ ਹੈ, ਨਾ ਹੀ ਕੋਈ ਵਿਛੋੜ ਸਕਦਾ ਹੈ। ਜਿਹੜੇ ਆਪਾਂ ਮਨ ਦੇ ਵਿੱਚ ਮਾਣ ਕਰਦੇ ਹਾਂ ਕਿ ਆਪਾਂ ਸੰਗਤ ਜੋੜੀ ਹੈ, ਜਾਂ ਆਪਾਂ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਹਾਂ, ਅੰਮ੍ਰਿਤ ਛਕਾਉਂਦੇ ਹਾਂ, ਕਥਾ ਕੀਰਤਨ ਦੁਆਰਾ ਜੋੜਦੇ ਹਾਂ, ਇਹ ਮਨ ਦਾ ਮਾਣ ਹੈ। ਵਾਹਿਗੁਰੂ ਹੀ ਕਿਰਪਾ ਕਰਦਾ ਹੈ। ਬਾਣੀ ਦੇ ਵਿੱਚ ਇਸ ਦੀ ਪ੍ਰੋੜਤਾ ਕੀਤੀ ਹੈ। ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੇ। ਉਹ ਪਰਮੇਸ਼ਰ ਆਪ ਹੀ ਸੰਗਤ ਨੂੰ ਸੱਦ ਕੇ ਬਿਠਾਲ ਦਿੰਦਾ ਹੈ ਤੇ ਆਪ ਹੀ ਵਿਦਾ ਕਰਾ ਦਿੰਦਾ ਹੈ। ਮਤਲਬ ਜਦ ਉਹਦੀ ਕਿਰਪਾ ਹੁੰਦੀ ਹੈ ਤਦ ਸੰਗਤ ਆ ਕੇ ਜੁੜ ਜਾਂਦੀ ਹੈ, ਤੇ ਜਦੋਂ ਦੀ ਮਰਜ਼ੀ ਹੁੰਦੀ ਉੱਠ ਕੇ ਤੁਰ ਜਾਂਦੀ ਹੈ। ਉਸ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਹੈ। ਇਸ ਲਈ ਉਹਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਹੇ ਰੱਬ ਸੱਚਿਆ, ਕੋਈ ਹੰਕਾਰ ਵਾਲੀ ਗੱਲ ਨਹੀਂ, ਸਾਨੂੰ ਆਪਦੇ ਚਰਨਾਂ ਨਾਲ ਜੋੜੀ ਰੱਖੀਏ, ਜਿਹਦੇ ਨਾਲ ਜ਼ਿੰਦਗੀ ਸੁਖਾਲੀ ਕੱਟੀ ਜਾਵੇ। ਸਾਜਨ ਆਏ ਉਠੇ ਕਰ ਮਾਹੀ, ਇੰਝ ਉਸ ਗੁਰਮੁਖ ਦੇ ਅੰਤਰ ਕਰਨੂਪੀ ਘਰ ਦੇ ਵਿੱਚ ਆਪ ਸੱਜਣ ਅਕਾਲ ਪੁਰਖ ਵਾਹਿਗੁਰੂ ਆ ਕੇ ਵਸ ਗਿਆ ਹੈ। ਇੱਕੋ ਓੰਕਾਰ, ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇੱਥੋਂ ਚੈਪਟਰ ਚੇਂਜ ਹੋਇਆ ਹੈ। ਜਿਹੜਾ ਸ਼ਬਦ ਆਪਨੇ ਹੁਣ ਸੁਣਿਆ ਹੈ ਇਹ ਦੂਜੇ ਘਰ ਵਾਲਾ ਸੀ। ਹੁਣ ਜਿਹੜਾ ਸ਼ਬਦ ਆਰੰਭ ਹੋ ਰਿਹਾ ਤੀਜੇ ਘਰ ਦਾ ਹੈ। ਰਾਗ ਸੂਹੀ ਮਹੱਲਾ ਤੀਜਾ। ਸੂਹੀ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ੁਭ ਭਾਵ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਘਰ ਤੀਜਾ, ਤੀਜੇ ਘਰ ਦੇ ਵਿੱਚ
ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਭਗਤ ਜਨਾ ਕੀ ਹਰ ਜੀਉ ਰਾਖੈ। ਸਿੱਖਾਂ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਕਿ ਭਗਤਾਂ ਦੀ ਰੱਖਿਆ ਕੌਣ ਕਰਦਾ ਹੈ। ਤਾਂ ਇਹ ਸੁਣ ਕੇ ਸੂਹੀ ਰਾਗਣੀ ਦੇ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਹੇ ਭਾਈ, ਭਗਤ ਜਨਾਂ ਦੀ ਪਰਮੇਸ਼ਰ ਹੀ ਆਪ ਇੱਜ਼ਤ ਰੱਖਦਾ ਹੈ। ਜੁਗ ਜੁਗ ਰੱਖਦਾ ਆਇਆ ਰਾਮ। ਤੇ ਅੱਜ ਹੀ ਨਹੀਂ ਹੈ, ਇਹ ਜਦੋਂ ਦੇ ਯੁੱਗ ਬਣੇ ਨੇ, ਸਤਿਯੁਗ ਤੋਂ ਲੈ ਕੇ ਹੁਣ ਤੱਕ ਪਰਮੇਸ਼ਰ ਯੁੱਗਾਂ ਯੁੱਗਾਂ ਦੇ ਵਿੱਚ ਭਗਤਾਂ ਦੀ ਇੱਜ਼ਤ ਪਤ ਰੱਖਦਾ ਆਇਆ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਯੁੱਗਾਂ ਯੁੱਗਾਂ ਦੇ ਵਿੱਚ, ਸਤਿਯੁਗ ਦੇ ਵਿੱਚ ਧਰੂ ਭਗਤ ਦੀ ਪੈਜ ਰੱਖੀ, ਭਗਤ ਪ੍ਰਹਿਲਾਦ ਦੀ ਪੈਜ ਰੱਖੀ। ਤ੍ਰੇਤੇ ਦੇ ਵਿੱਚ ਵੇਖੋ ਜੋ ਆਪਣਾ ਹਨੂਮਾਨ ਜੀ ਸਨ, ਤੇ ਜਿਹੜੀ ਭੀਲਣੀ ਸੀ, ਭੀਲਣੀ, ਉਹਨਾਂ ਨੂੰ ਪੰਪਾ ਸਰ ਤੀਰਥ ਤੋਂ ਰਿਖੀਆਂ ਨੇ ਦੌੜਾ ਦਿੱਤਾ ਸੀ, ਗਰੀਬਣੀ ਜਾਣ ਕੇ। ਉਹਦੇ ਕੱਚੇ ਬੇਰ ਖਾਧੇ ਤੇ ਰਾਮ ਜੀ ਨੂੰ ਰਿਖੀਆਂ ਨੇ ਬੇਨਤੀ ਕੀਤੀ, ਜੀ ਪੰਪਾ ਸਰ ਤੀਰਥ ਵਿੱਚ ਆਪ ਚਰਨ ਪਾਓ। ਕਹਿੰਦੇ ਮੈਂ ਕਿਉਂ ਚਰਨ ਪਾਵਾਂ ਭਾਈ, ਮੇਰੇ ਚਰਨਾਂ ਨਾਲ ਕੀ ਹੋ ਜਾਊ। ਕਹਿੰਦੇ ਜੀ ਉਹ ਪਾਣੀ 'ਚ ਕੀੜੇ ਪੈ ਗਏ ਨੇ, ਪਾਣੀ ਦੂਸ਼ਿਤ ਹੋ ਗਿਆ ਹੈ, ਆਪਦੇ ਚਰਨ ਪੈਣ ਤੋਂ ਪਾਣੀ ਪਵਿੱਤਰ ਹੋ ਜਾਏਗਾ। ਅਸੀਂ ਡੇਲੀ ਤੀਰਥ ਇਸ਼ਨਾਨ ਕਰਦੇ ਸੀ ਤੇ ਹੁਣ ਪਾਣੀ ਇਸ਼ਨਾਨ ਜੋਗਾ ਨਹੀਂ ਰਿਹਾ। ਰਾਮ ਜੀ ਕਹਿੰਦੇ ਚਲੋ ਕੋਈ ਨਹੀਂ, ਮੈਂ ਚਰਨ ਪਾ ਦਿੰਦਾ, ਪਰ ਗੱਲ ਇੱਕ ਜ਼ਰੂਰੀ ਜੇ ਕਿ ਮੇਰੇ ਚਰਨ ਪੈਣ ਦੇ ਨਾਲ ਨਹੀਂ ਕੱਖ ਹੋਣਾ। ਜਿਹੜੀ ਤੁਸੀਂ ਬੀਬੀ, ਉਹ ਬਜ਼ੁਰਗ ਬੀਬੀ ਸੀ ਵਿਚਾਰੀ, ਤੇ ਉਹਨੇ ਕੀ ਕਰਨਾ, ਝਾੜੂ ਫੇਰਨਾ ਪੰਪਾ ਸਰ ਤੀਰਥ ਦੇ ਕਿਨਾਰੇ ਤੇ। ਰਿਖੀਆਂ ਦੇ ਆਉਣ ਤੋਂ, ਇਸ਼ਨਾਨ ਕਰਨ ਤੋਂ, ਬੈਠਣ ਤੋਂ ਪਹਿਲਾਂ ਹੀ ਉਹਨੇ ਝਾੜੂ ਫੇਰ ਦੇਣਾ। ਰਾਤ ਦੇ 12 ਵਜੇ ਹੀ ਰਿਖੀ ਆਉਂਦੇ ਸੀ, 1-2 ਵਜੇ। ਉਹਨਾਂ ਵੇਖਿਆ ਵੀ ਕੋਈ ਸੇਵਾ ਕਰਕੇ ਸਾਡਾ ਤਪ ਲੁੱਟੀ ਜਾ ਰਿਹਾ, ਤੇ ਦੂਜਾ ਇਹ ਕਰਦਾ ਕੌਣ ਹੈ। ਵੇਖਿਆ ਵੀ ਇਹ ਤਾਂ ਭੀਲਣੀ ਹੈ, ਨੀਵੀਂ ਜਾਤ, ਇਹਨੂੰ ਇੱਥੋਂ ਭਜਾਓ। ਕਹਿੰਦੇ ਚਲੋ ਚਲੋ ਇੱਥੋਂ ਭੱਜੋ, ਇੱਥੇ ਤੁਹਾਡਾ ਕੋਈ ਕੰਮ ਨਹੀਂ ਨੀਵੀਂ ਜਾਤ ਵਾਲਿਆਂ ਦਾ। ਤੂੰ ਤਾਂ ਸਾਡਾ ਤਪ ਲੁੱਟ ਲੈਂਦੀ ਹੈ। ਉਹਦੀ ਵਿਚਾਰੀ ਦਾ ਮਨ ਟੁੱਟ ਗਿਆ, ਉਹਨੂੰ ਉੱਥੋਂ ਦੜਾਤਾ। ਬੀਬੀ ਸੀ, ਉਹਦਾ ਕੋਈ ਜ਼ੋਰ ਨਹੀਂ ਚੱਲਿਆ। ਬਾਕੀ ਗਰੀਬਣੀ ਸੀਗੀ, ਝਾੜੂ ਫੇਰਨ ਤੋਂ ਰੋਕ ਦਿੱਤੇ, ਤੀਰਥ ਤੋਂ ਉਹਨੂੰ ਤੋਰ ਦਿੱਤਾ। ਤੇ ਰਾਮ ਜੀ ਉਹਦੀ ਕੁਟੀਆ ਦੇ ਵਿੱਚ ਗਏ ਤੇ ਉਹਨੇ ਬੇਰ ਭੇਟਾ ਕੀਤੇ, ਤੇ ਬੇਰ ਜੂਠੇ ਕਰਕੇ ਨਾਲ ਆਪ ਟੁੱਕੇ, ਜਿਹੜਾ ਮਿੱਠਾ ਹੋਵੇ ਉਹ ਦੇਵੇ ਰਾਮ ਜੀ ਨੂੰ, ਬਾਕੀ ਸੁੱਟ ਦੇਵੇ। ਉਹ ਲਛਮਣ ਨੇ ਨੱਕ ਮੂੰਹ ਚੜਾਇਆ ਵੀ ਇਹ ਬੀਬੀ ਜੂਠੇ ਬੇਰ ਕਰੀ ਜਾਂਦੀ ਹੈ, ਪਰ ਰਾਮ ਜੀ ਖਾਈ ਗਏ। ਇੰਝ ਸਾਧ ਸੰਗਤ ਜੀਓ,
जद रखिया ने बेनती की, कहते भी आ जिहड़ी बेबी है ये रब की भगत नहीं है, तुसीं इहनूं तीरथ तो दूर किया, इहदा मन तोड़िया, इहदे चरण पुआओ। राम जी ने उन्हां दी तसल्ली लई आप दे चरण पाए, उहदे चों कीड़े खत्म नहीं होए। फिर वो बीबी नूं कहंदे बीबी तू चरण पा। जद उन्हें चरण पाए तो तीरथ का जिहड़ा जल सीगा वो स्वच्छ हो गया। इंज वेखो किड्डी वड्डी इज्जत कायम की। हनुमान बांदर सीगा ते वेखो बांदरां नूं इज्जत दे दी। जद सीता ने खबर लियांदी उन्होंने कशहरा दिता। तो इस तरह त्रेते दे विच फिर द्वापर दे विच दरबासा रिखी जद अमरीक राजे नूं शराब देण लई उत्सुक होया ते कृष्ण भगवान ने आपदा सुदर्शन चक्कर उहदे मगर लाया। वो जिथे भी जावे तिन्ना लोकां दे विच ब्रह्मा विष्णु शिव जी कोल गया, किसी नहीं छड़ाया। आखिर मारी दा अमरीक छड़ाया, अमरीक दे पैरीं पिया भी तू अरदास कर। उन्हें अरदास की तो सुदर्शन चक्कर उहदे गेट के उपर टेगिया, पहरा लाउंदा सीगा गेट के उपर। कलयुग दे विच कबीर जी की इज्जत की, नामदेव जी की इज्जत कायम की। रविदास भगत जदों झाला बाई ने प्रशादा छकाया तो ब्राह्मण उठ के खड़े हो गए, कह लगे भी जां तां चमियार रोटी खाऊगा जां असीं खावांगे, तो इन्हूं उठा दे। झाला माई कहन लगी भी ये तो मेरा गुरु है, इहदी किरपा दे नाल ही तो मैनूं सोझी हुई है। भगत रविदास जी आप ही उठ के खलो गए। आख्या राणी ये सिर फिरे लोग ने कमले, तेरा लंगर खराब करके तुर जाणगे, इन्हां नूं खवा दे पहला, मेरा की है, मैं 2 रोटियां बाद च खा लूँ, पासे हो गया। ते तू ये जो कहंदे इन्हां दी गल मन। वो भगत रविदास जी आप ही उठ के परां नूं हो गए। परमात्मा एडा बेअंत है, उन्हें की कीता। पहला तो एक रविदास सीगा ते फिर हरेक ब्राह्मण दे नाल एक एक रविदास बिठा दिता, सारियां दे नाल ही रविदास बिठाता सज्जे पासे। इको थाली चो ही वो मुँह मारे बुरकी तोड़े, तो इको थाली चो ही वो ब्राह्मण। बड़े हैरान परेशान मुड़को मुड़के वो कहे भी मेरे नाल रविदास बैठा, दूजा कहे मेरे नाल बैठा, कहंदे इन्हें कित्थों आ गए। फिर उन्होंने सोझी आई भी ये वाहिगुरु अकाल पुरख परमात्मा का कौतक है। फिर रविदास के पैरीं पए तो उन्होंने पंग च बिठाया। इउं झाला बाई का जग संपूर्ण होया। सो इंज सो वाहिगुरु अकाल पुरख परमात्मा जो है पिछे भी ते हुण भी भगतां दी सदा रखदा, भगतां दी सदा तू रखदा हर जियो, धुर तू रखदा आया। प्रहलाद जन तुद राख ले हर जियो, हर नाखस मार पचाया। सो इस तरीके दे नाल ये भाई भगतां दी परमेश्वर आप इज्जत रखदा है, जुगा जुगा में रखदा आया है। सो भगत जो गुरमुख होवै। जिवें सतयुग दे विच ध्रुव ते प्रहलाद की रक्षा की, त्रेते दे विच रावण नूं मार के भीखन नूं राज दिता, द्वापर दे विच बेदराधकां दी इज्जत कायम की, अलूणा साग खाधा। ते कलयुग दे विच भाई जो लालो जी सन उन्हां दा घर गुरु नानक साहब ने चुनिया। मलक भागो दे पूड़ियां दे विचों लहू कढ़ के ते भाई लालो दे कोधरे दे प्रशादियां विचों दुध कढ़ के सबना दे सामने मलक भागो की बेइज्जती की
ਤੇ ਭਾਈ ਲਾਲੂ ਦੀ ਇੱਜ਼ਤ ਕਾਇਮ ਕੀਤੀ। ਤੋ ਇਸ ਲਈ ਇਹ ਭਗਤਾਂ ਦੀ ਸਾਖੀ ਹੈ। ਜਿਹੜਾ ਭਗਤ ਹੈ ਅਸਲ 'ਚ ਉਹੀ ਹੈ ਸੋ ਜਿਹੜਾ ਗੁਰਮੁਖ ਬਣਦਾ ਹੈ, ਭਾਵ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਅਸਤਿਤਵ ਹੁੰਦੇ ਹਨ। ਮੈਂ ਸ਼ਬਦ ਜਲਾਇਆ ਰਾਮ, ਅਤੇ ਜਿਨ੍ਹਾਂ ਨੇ ਗੁਰੂ ਉਪਦੇਸ਼ ਦੁਆਰਾ ਅੰਗਤਾ ਅਤੇ ਮਮਤਾ ਨੂੰ ਸਾੜ ਸੁੱਟਿਆ ਹੈ ਉਹ ਅਸਲੀ ਗੁਰਮੁਖ ਪਿਆਰੇ ਹਨ। ਹਉ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਨ੍ਹਾਂ ਨੇ ਗੁਰੂ ਉਪਦੇਸ਼ ਦੁਆਰਾ ਅੰਗਤਾ ਅਤੇ ਮਮਤਾ ਨੂੰ ਸਾੜਿਆ ਉਹੀ ਮੇਰੇ ਪਰਮੇਸ਼ਰ ਨੂੰ ਭਾ ਗਏ ਹਨ। ਜਿਸ ਦੀ ਸਾਚੀ ਬਾਣੀ, ਜਿਸ ਪਰਮੇਸ਼ਰ ਦੀ ਸਤਨਾਮ ਰੂਪ ਜਿਹੜੀ ਬਾਣੀ ਹੈ ਜਾਂ ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਇਹ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੱਚੀ ਹੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਸ ਦੀ ਸੱਚੀ ਬਣਾਵਟ ਹੈ ਜਾਂ ਪ੍ਰੇਮਾ ਭਗਤ ਰੂਪ ਸੱਚੀ ਜਿਸ ਦੀ ਬਾਣੀ ਹੈ। ਸੱਚੇ ਭਗਤ ਕਰੈ ਦਿਨ ਰਾਤੀ, ਜੋ ਭਗਤ ਜਨ ਹਨ ਪਰਮੇਸ਼ਰ ਦੀ ਸੱਚੀ ਭਗਤੀ ਪ੍ਰੇਮ ਨਾਲ ਦਿਨ ਅਤੇ ਰਾਤ ਕਰਦੇ ਨੇ। ਗੁਰਮੁਖ ਆਖ ਵਖਾਣੀ, ਜਿਸ ਪ੍ਰੇਮਾ ਭਗਤੀ ਦੀ ਵਡਿਆਈ ਮੁਖੀ ਗੁਰਾਂ ਨੇ ਆਪਣੇ ਮੁਖ ਦੁਆਰਾ ਜਾਂ ਅਖਿਆਣਾ ਦੁਆਰਾ ਕਹਿ ਕੇ ਕਥਨ ਕੀਤੀ ਹੈ। ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਭਗਤਾਂ ਦੀ ਪ੍ਰੇਮਾ ਭਗਤੀ ਕਰਨੀ ਵਾਲੀ ਜਿਹੜੀ ਚਾਲ ਮਰਿਆਦਾ ਹੈ ਉਹ ਸੱਚੀ ਅਤੇ ਅਤਿਅੰਤ ਨਿਰਮਲ ਉਜਲ ਹੈ ਜਾਂ ਮਾਇਆ ਦੇ ਮੋਹ ਤੋਂ ਉਜਲ ਹੈ। ਨਾਮ ਸੱਚਾ ਮਨ ਪਾਇਆ, ਕਿਉਂਕਿ ਉਹਨਾਂ ਦੇ ਮਨ ਹਿਰਦੇ ਵਿੱਚ ਸੱਚਾ ਨਾਮ ਪਾਇਆ, ਚੰਗਾ ਲਗਾਇਆ ਹੈ। ਨਾਨਕ ਭਗਤ ਸੋਹੈ ਦਰ ਸਾਚਾ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਉਹ ਭਗਤ ਜਨ ਸੱਚੇ ਪਰਮੇਸ਼ਰ ਦੇ ਸੱਚਖੰਡ ਜਾਂ ਸਾਧ ਸੰਗਤ ਗਿਆਨ ਰੂਪੀ ਦਰ ਦੇ ਵਿੱਚ ਸ਼ੋਭਦੇ ਹਨ। ਜਿਨੇ ਸੱਚੋ ਸੱਚ ਕਮਾਇਆ, ਜਿਨ੍ਹਾਂ ਨੇ ਸੱਚੇ ਹੀ ਸੱਚ ਨੂੰ ਕਮਾਉਣਾ ਕੀਤਾ ਜਾਂ ਸੱਚ ਨਿਸ਼ਚੈ ਕਰਕੇ ਸੱਚਾ ਨਾਮ ਕਮਾਇਆ ਹੈ। ਹਰ ਭਗਤਾਂ ਕੀ ਜਾਤ ਪਤ ਹੈ, ਪਰਮੇਸ਼ਰ ਆਪ ਹੀ ਆਪਣੇ ਭਗਤਾਂ ਦੀ ਉੱਤਮ ਜਾਤੀ ਕੁਲ ਰੀਤ ਅਚੁੱਤ ਕੁਲ ਤੇ ਪਤ ਇੱਜ਼ਤ ਆਬਰੂ ਨੂੰ ਨਿਰਵਿਕਾਰ ਰੱਖਣ ਵਾਲਾ ਹੈ। ਭਗਤ ਹਰ ਕਾ ਨਾਮ ਸਮਾਣੇ RAM, ਜਾਂ ਜਾਤ ਬੁੱਧੀ ਵਿੱਚ ਆਪਣੀ ਪ੍ਰਾਪਤੀ ਕਰਾਉਣ ਵਾਲੀ ਆਤਮ ਵਿਚਾਰ ਪੈਦਾ ਕਰਨ ਵਾਲਾ ਵਾਹਿਗੁਰੂ ਹੈ। ਕਿਉਂਕਿ ਭਗਤ ਜਨ ਹਰ ਵਕਤ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਸਮਾਈ ਰਹਿੰਦੇ ਨੇ। ਹਰ ਭਗਤ ਕਰੈ ਵਿੱਚੋਂ ਆਪ ਗਵਾਵਹਿ, ਜਿਨ੍ਹਾਂ ਭਗਤ ਜਨਾਂ ਨੇ ਜਿਨ ਗੁਣ ਅਵਗਣ ਪਛਾਣੇ RAM। ਰਾਮ ਹੈ ਭਾਈ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸਤ ਸੰਤੋਖ ਆਦਿ ਗੁਣਾਂ ਨੂੰ ਧਾਰਨ ਅਤੇ ਕਾਮ ਕ੍ਰੋਧ ਆਦਿ ਔਗੁਣਾਂ ਨੂੰ ਨਿਵਰਤ ਕਰਨਾ ਪਹਿਚਾਨ ਲਿਆ, ਉਹੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਹਨ ਅਤੇ ਆਪਣੇ ਹਿਰਦੇ ਅੰਦਰੋਂ ਆਪਾ ਭਾਵ
ਹੰਕਾਰ ਨੂੰ ਗਵਾ ਲੈਂਦੇ ਨੇ। ਗੁਣ ਔਗਣ ਪਛਾਣੈ ਹਰ ਨਾਮ ਵਖਾਣੈ। ਜੋ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਅਤੇ ਔਗੁਣਾਂ ਨੂੰ ਨਿਵਰਤ ਕਰਨਾ ਪਹਿਚਾਣ ਕਰਕੇ ਪਰਮੇਸ਼ਰ ਦੇ ਨਾਮ ਦਾ ਹੀ ਕਥਨ ਕਰਦੇ ਹਨ। ਭੈ ਭਾਗਤ ਮਿੱਠੀ ਲਾਗੀ। ਉਹਨਾਂ ਨੂੰ ਡਰ ਦੇ ਸਹਿਤ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੀ ਬੜੀ ਹੀ ਪਿਆਰੀ ਮਿੱਠੀ ਲੱਗੀ ਹੈ। ਅਣ ਦਿਨ ਭਗਤ ਕਰ ਦਿਨ ਰਾਤੀ। ਉਹ ਅਨੰਦਿਨ ਇੱਕ ਰਸ ਦਿਨ ਰਾਤ ਪ੍ਰੇਮਾ ਭਗਤੀ ਕਰਦੇ ਰਹਿੰਦੇ ਹਨ। ਐਸੇ ਪ੍ਰਕਾਰ ਅਣ ਦਿਨ ਭਗਤ ਕਰਹਿ ਦਿਨ ਰਾਤੀ। ਉਹਨਾਂ ਨੂੰ ਰਾਤ ਦਿਨੇ ਭਗਤੀ ਕਰਨੇ ਕਰਕੇ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਹੋ ਜਾਂਦਾ ਹੈ। ਘਰ ਹੀ ਮਹਿ ਬੈਰਾਗੀ। ਅਤੇ ਘਰ ਗ੍ਰਸਥ ਜਾਂ ਘਰ ਨਿਵਾਸ ਸਥਾਨ ਦੇ ਵਿੱਚ ਰਹਿੰਦਿਆਂ ਹੀ ਵੈਰਾਗਵਾਨ ਹੋ ਕੇ ਰਹਿੰਦੇ ਨੇ। ਜਾਂ ਅੰਤःਕਰਨ ਵੀ ਘਰ ਦੇ ਵਿੱਚ ਦੀ ਅਧਿਆਸ ਸਾਧਕਾਂ ਤੋਂ ਵੈਰਾਗ ਦੇ ਸਹਿਤ ਰਹਿੰਦੇ ਨੇ। ਜਾਂ ਉਹਨਾਂ ਨੂੰ ਸਤ ਸੰਗਤ ਰੂਪੀ ਘਰ ਦੇ ਵਿੱਚ ਵੈਰਾਗ ਰੂਪੀ ਚੰਦਰਮਾ ਚੜ੍ਹਿਆ ਰਹਿੰਦਾ ਹੈ। ਭਗਤੀ ਰਾਤੇ ਸਦਾ ਮਨ ਨਿਰਮਲ। ਜਿਹੜੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਰਤੇ ਹੋਏ ਨੇ ਉਹਨਾਂ ਦਾ ਮਨ ਹਮੇਸ਼ਾ ਹੀ ਸ਼ੁੱਧ ਹੈ। ਹਰ ਜੀਉ ਵੇਖੈ ਸਦਾ ਨਾਲੇ। ਇਸ ਲਈ ਉਹ ਹਰੀ ਪਰਮੇਸ਼ਰ ਜੀ ਨੂੰ ਹਮੇਸ਼ਾ ਹੀ ਆਪਣੇ ਹਿਰਦੇ ਦੇ ਨਾਲ ਵੇਖਦੇ ਹਨ। ਨਾਨਕ ਸੇ ਭਗਤ ਹਰਿ ਕੈ ਦਰ ਸਾਚੇ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਉਹ ਭਗਤੀ ਕਰਨ ਵਾਲੇ ਭਗਤ ਹੀ ਪਰਮੇਸ਼ਰ ਦੇ ਸੱਚੇ ਦਰ ਵਿੱਚ ਸਫਲੇ ਹਨ। ਜਾਂ ਗਿਆਨ ਰੂਪੀ ਦਰ ਦੇ ਵਿੱਚ ਸਥਿਤ ਹੋ ਕੇ ਸਚਾਈ ਵਾਲੇ ਹਨ। ਆਣ ਦਿਨ ਨਾਮ ਸੰਭਾਲੇ। ਜੋ ਰਾਤ ਦਿਨੇ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਯਾਦ ਕਰਦੇ ਹਨ। ਮਨ ਮੁਖ ਭਗਤ ਕਰੈ ਬਿਨ ਸਤਿਗੁਰ। ਸੋ ਪੂਰੇ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਜਿਹੜੇ ਮਨਮੁਖ ਲੋਕ ਨੇ ਉਹ ਨੱਚਣ ਨੂੰ ਹੀ ਭਗਤੀ ਸਮਝਦੇ ਨੇ। ਜਿਵੇਂ ਰਾਸ ਲੀਲਾ ਪਾਉਂਦੇ ਨੇ ਤੇ ਨੱਚਣਾ ਟੱਪਣਾ ਗਾਉਣਾ ਵਜਾਉਣਾ ਨਿਰਤਕਾਰੀ ਕਰਨ ਰੂਪ ਭਗਤੀ ਕਰਦੇ ਨੇ। ਬਿਨ ਸਤਿਗੁਰ ਭਗਤ ਨ ਹੋਈ ਰਾਮ। ਪਰੰਤੂ ਪੂਰੇ ਸਤਿਗੁਰਾਂ ਤੋਂ ਬਿਨਾਂ ਪਰਮੇਸ਼ਰ ਦੀ ਭਗਤੀ ਕੀਤੀ ਹੋਈ ਸਫਲੀ ਨਹੀਂ ਹੁੰਦੀ। ਆ ਜਿੰਨੀਆਂ ਫਿਲਮਾਂ ਨੇ ਭਾਵੇਂ ਧਾਰਮਿਕ ਨੇ, ਜਿੰਨੇ ਨਾਟਕ ਨੇ ਭਾਵੇਂ ਧਾਰਮਿਕ ਨੇ, ਫਿਲਮਾਂ ਵੇਖਣੀਆਂ ਜਾਂ ਨਾਟਕ ਵੇਖਣੇ ਇਹ ਕੋਈ ਭਗਤੀ ਨਹੀਂ ਹੈ। ਇਹ ਤਾਂ ਮਾੜੀ ਮੋਟੀ ਚਲੋ ਜਾਣਕਾਰੀ ਹੋ ਜਾਂਦੀ ਹੈ। ਜਿਹੜੀ ਭਗਤੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਦੀ ਵੀ ਭਾਵੇਂ ਧਾਰਮਿਕ ਹੈ ਭਾਵੇਂ ਜੋ ਮਰਜ਼ੀ ਹੈ ਫਿਲਮ ਨਹੀਂ ਦਿਖਾਈ ਜਾਂਦੀ। ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਇਹ ਮਹਾਰਾਜ ਦੇ ਘਰ ਦੀ ਮਰਯਾਦਾ ਹੈ ਵੀ ਨੱਚਣਾ ਗਾਉਣਾ ਟੱਪਣਾ ਨਿਰਤਕਾਰੀ ਕਰਨੀ ਕੋਈ ਵੀ ਨਾਟਕ ਚੇਟਕ ਕਰਨਾ ਇਹ ਮਨਾ ਹੈ। ਸਿਰਫ ਨਾਰਮਲ ਬਾਣੀ ਪੜ੍ਹੋ ਸੁਣੋ ਕਥਾ ਕੀਰਤਨ ਇਹ ਗੁਰੂ ਸਾਹਿਬ ਨੇ ਪ੍ਰੇਮਾ ਭਗਤੀ ਦੀ ਜਾਚ ਸਿਖਾਈ ਹੈ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਥਾ ਕੀਰਤਨ। ਸੋ ਸਿਮਰਨ ਭਜਨ ਦੇ ਵਿੱਚ ਜੁੜੋ। ਇਹ ਗੁਰੂ ਸਾਹਿਬ ਤੋਂ ਬਗੈਰ ਭਗਤੀ ਨਹੀਂ ਹੁੰਦੀ ਹੈ। ਹਉਮੈ ਮਾਇਆ ਰੋਗ ਵਿਆਪੇ। ਉਹਨਾਂ ਮਨਮੁਖ ਲੋਕਾਂ ਦੇ ਹਿਰਦੇ ਅੰਦਰ ਹੰਗਤਾ ਮਮਤਾ ਅਤੇ ਮਾਇਆ ਦਾ ਰੋਗ ਵਿਆਪਿਆ ਹੋਇਆ ਜਾਂ ਮਾਇਆ ਦੀ ਹੰਗਤਾ ਕਰਕੇ ਅਗਿਆਨ ਆਦਿਕ ਦਾ ਰੋਗ ਉਹ ਲੱਗੇ ਹੋਏ ਨੇ।
ਮਾਰ ਜਨਮ ਦੁਖ ਹੋਈ ਰਾਮ। ਇਸ ਕਰਕੇ ਰਾਮ ਹੈ ਭਾਈ ਉਹ ਜੰਮਦੇ ਮਰਦੇ ਰਹਿੰਦੇ ਤੇ ਉਹਨਾਂ ਨੂੰ ਦੁੱਖ ਦੀ ਪ੍ਰਾਪਤੀ ਹੀ ਹੁੰਦੀ ਹੈ। ਮਾਰ ਜਨਮ ਦੁਖ ਹੋਈ ਦੁਜ ਭਾਏ ਪਰ ਜਿਵ ਗੋਈ। ਜੰਮਣੇ ਤੇ ਮਰਨੇ ਕਰਕੇ ਦੁੱਖ ਦੀ ਪ੍ਰਾਪਤੀ ਹੋਈ ਹੁੰਦੀ ਹੈ ਤੇ ਦਵੈਤ ਭਾਵ ਨੇ ਸ੍ਰਿਸ਼ਟੀ ਨੂੰ ਖਰਾਬ ਕੀਤਾ ਹੋਇਆ ਹੈ। ਸੋ ਇੱਥੇ ਸਤਿਗੁਰੂ ਜੀ ਉਲਾਲਾ ਛੰਦ ਦੁਆਰਾ ਕਥਨ ਕਰਦੇ ਹਨ ਜੋ ਇਸੇ ਸ਼ਬਦ ਵਿੱਚ ਅੱਗੇ ਵੀ ਕਈ ਵਾਰ ਆਵੇਗਾ। ਬਿਨ ਗੁਰ ਤਤ ਨਾ ਜਾਣਿਆ। ਪਰਮੇਸ਼ਰ ਵੱਲੋਂ ਸ੍ਰਿਸ਼ਟੀ ਨੂੰ ਖਰਾਬ ਕੀਤਾ ਭੁਲਾਇਆ ਹੋਇਆ। ਪੂਰੇ ਗੁਰਾਂ ਤੋਂ ਬਿਨਾਂ ਕਿਸੇ ਨੇ ਵੀ ਤਤ ਸਿਧਾਂਤ ਨੂੰ ਪਰਮੇਸ਼ਰ ਨੂੰ ਨਹੀਂ ਜਾਣਿਆ। ਭਗਤ ਵਿਹੂਣਾ ਸਭ ਜਗ ਭਰਮਿਆ। ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸਾਰਾ ਜਗਤ ਜਿੰਨਾ ਸੰਸਾਰ ਹੈ ਇਹ ਭਰਮ ਦਾ ਭਰਮਾਇਆ ਹੋਇਆ ਫਜ਼ੂਲ ਭਟਕਦਾ ਫਿਰਦਾ ਰਹਿੰਦਾ ਹੈ। ਸਾਡੀ ਤਾਂ ਮਹਾਰਾਜ ਨੇ ਭਟਕਣਾ ਮੇਟ ਦਿੱਤੀ ਹੈ। ਜੰਮਦਿਆਂ ਹੀ ਮਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਪਾਇਆ, ਫੜ ਕੇ ਮੱਥਾ ਮਹਾਰਾਜ ਨੂੰ ਲਾਇਆ ਵੀ ਇੱਥੇ ਟੇਕ। ਤੇ ਇਹ ਸਾਹਿਬਾਂ ਦੀ ਕਿਰਪਾ ਹੈ ਕਿ ਪੰਜਾਬ 'ਚ ਆਪਣਾ ਸਿੱਖਾਂ ਦੇ ਘਰ ਜਨਮ ਹੋਇਆ ਤੇ ਸਿੱਖ ਮਾਤਾ ਪ੍ਰਾਪਤ ਹੋਈ। ਇਹ ਵਾਹਿਗੁਰੂ ਦੀ ਕਿਰਪਾ ਹੋਈ ਹੈ। ਨਹੀਂ ਤਾਂ ਦੁਨੀਆ ਵੇਖੋ ਕਿੰਨੀ ਭਟਕੀ ਹੋਈ ਹੈ। ਕਈ ਰੱਬ ਨੂੰ ਹੀ ਨਹੀਂ ਮੰਨਦੇ। ਤੋ ਗੁਰੂ ਨਾਨਕ ਸਾਹਿਬ ਦੀ ਪ੍ਰਾਪਤੀ ਵੱਡੇ ਭਾਗਾਂ ਦੇ ਨਾਲ ਸਾਨੂੰ ਹੋਈ ਹੈ। ਸੋਰਠ ਮਹੱਲਾ ਪੰਜਵਾ। ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ। ਮਾਂ ਵੀ ਚੰਗੀ ਮਿਲੀ, ਗਾਂ ਸਕੂਲਾਂ ਦੇ ਟੀਚਰ ਵੀ ਵਧੀਆ ਮਿਲੇ, ਅੱਗੇ ਗੁਰਮਤਿ ਪੜ੍ਹਾਈ ਵਾਲਾ ਉਸਤਾਦ ਵੀ ਬ੍ਰਹਮ ਗਿਆਨੀ ਮਿਲਿਆ, ਗਾਂ ਸੰਤਾਂ ਜਿਨ੍ਹਾਂ ਦੇ ਚਰਨਾਂ ਜਗ੍ਹਾ ਉਹ ਵੀ ਬ੍ਰਹਮ ਗਿਆਨੀ ਤੇ ਰੱਬ ਵਰਗੀ ਸੰਗਤ। ਇਹਦੇ ਨਾਲੋਂ ਹੋਰ ਮਹਾਰਾਜ ਸਾਡੀ ਕੀ ਮਦਦ ਕਰੇ। ਇਹ ਤਾਂ ਹੁਣ ਸਾਡਾ ਹੀ ਕਸੂਰ ਹੈ ਵੀ ਆਪਾਂ ਕੁਛ ਕਰਦੇ ਨਹੀਂ। ਪਰਮਾਤਮਾ ਨੇ ਤਾਂ ਇੰਨੀ ਮਦਦ ਕੀਤੀ ਹੋਈ ਹੈ ਵੀ ਕੋਈ ਕੰਮ ਨਹੀਂ। ਤੇ ਜੇ ਮਹਾਰਾਜ ਦੇ ਚਰਨੀ ਬੰਦਾ ਲੱਗਾ ਰਹੇ ਤੇ ਬ੍ਰਹਮ ਗਿਆਨ ਜੋ ਮਰਜ਼ੀ ਲਈ ਜਾਏ। ਤੇ ਇਸ ਵਾਸਤੇ ਇਹ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਸਿਓ ਰੰਗ। ਨਹੀਂ ਤਾਂ ਸਾਰੀ ਦੁਨੀਆ ਰੱਬ ਦੀ ਭਗਤੀ ਤੋਂ ਬਿਨਾਂ ਵੇਖੋ ਕੋਈ ਮੂਰਤੀਆਂ ਨੂੰ ਪੂਜੀ ਜਾਂਦਾ ਹੈ, ਕੋਈ ਮੜੀਆਂ 'ਚ ਦੀਵੇ ਜਗਾਈ ਜਾਂਦਾ, ਕੋਈ ਛੱਪੜਾ ਗੰਦੇ ਪਾਣੀ ਦੇ ਵਿੱਚ ਹੀ ਪਤਾ ਨਹੀਂ ਕੀ ਕਰੀ ਜਾਂਦੇ, ਕੋਈ ਘਾਹ ਹੀ ਵਾਈ ਜਾਂਦੇ ਨੇ, ਕੋਈ ਗੋਇਆ ਹੀ ਕੰਧ 'ਤੇ ਲਾ ਕੇ ਤੇ ਉੱਥੇ ਪਤਾ ਨਹੀਂ ਕੀ ਕਲਪੀ ਜਾਂਦੇ ਹਨ, ਕੋਈ ਕਬਰਾਂ 'ਤੇ ਮੱਥਾ ਮਾਰੀ ਜਾ ਰਿਹਾ ਤੇ ਕੋਈ ਦੇਹਧਾਰੀ ਪਖੰਡੀ ਗੁਰੂਆਂ ਦੇ ਮਗਰ ਲੱਗਾ ਹੋਇਆ ਹੈ। ਕੋਈ ਕਿਤੇ ਭਟਕਿਆ ਹੋਇਆ ਹੈ। ਗੁਰੂ ਘਰ ਦੇ ਵਿੱਚ ਗਿਣਤੀ ਬੜੀ ਸੀਮਤ ਹੁੰਦੀ ਹੈ। ਸੋ ਸਾਰਾ ਸੰਸਾਰ ਭਰਮ ਦਾ ਭਰਮਾਇਆ ਫਿਰਿਆ ਹੈ। ਅੰਤ ਗਿਆ ਪਛਤਾਨਿਆ। ਅਖੀਰ ਨੂੰ ਪਛਤਾਪ ਕਰਦਾ ਚਲਾ ਗਿਆ ਹੈ। ਕੋਟ ਮਦੇ ਕਿਨੈ ਪਛਾਣਿਆ। ਕਰੋੜਾਂ ਦੇ ਵਿੱਚੋਂ ਕਿਸੇ ਵੇਲੇ ਨਹੀਂ ਪਹਿਚਾਣਿਆ ਹੈ। ਹਰ ਨਾਮ ਸੱਚ ਸੋਈ। ਉਹ ਸੱਚੇ ਹਰੀ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੇ ਦੁਆਰਾ ਕਰੋੜਾਂ ਵਿੱਚੋਂ ਕਿਸੇ ਵੇਲੇ ਨੇ ਪਹਿਚਾਣਿਆ, ਜਾਂ ਕਰੋੜਾਂ ਵਿੱਚੋਂ ਜਿਸ ਕਿਸੇ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਪਹਿਚਾਣਿਆ ਉਹ ਸੱਚੇ ਦਾ ਰੂਪ ਹੀ ਹੋ ਗਿਆ ਹੈ। ਨਾਨਕ ਨਾਮ ਮਿਲੈ ਵਡਿਆਈ। ਸਤਿਗੁਰੂ ਸਾਹਿਬ ਜੀ ਕਦਰ ਕਰਦੇ ਨੇ ਕਿ ਭਗਤ ਜਨਾਂ ਨੂੰ ਨਾਮ ਜਪਣੇ ਕਰਕੇ
ਵਾਹਿਗੁਰੂ ਦੀ ਪ੍ਰਾਪਤੀ ਰੂਪ ਵਡਿਆਈ ਸ਼ੋਭਾ ਮਿਲਦੀ ਹੈ। ਦੂਜਾ ਭਾਈ ਪਤ ਖੋਈ, ਤੇ ਦਵੈਤ ਭਾਵ ਦੇ ਵਿੱਚ ਲੱਗਣ ਵਾਲੇ ਪੁਰਖਾਂ ਨੇ ਆਪਣੀ ਇੱਜ਼ਤ ਖੇ ਖਰਾਬ ਖੁਦ ਆਪ ਹੀ ਕਰ ਲਈ ਹੈ। ਭਗਤਾਂ ਕੈ ਕਰ ਕਾਰਜ ਸਾਚਾ, ਭਗਤਾਂ ਦਾ ਘਰ ਕਿਹੜਾ ਹੈ? ਸੰਗਤ ਰੂਪੀ ਘਰ। ਇਹਦੇ ਵਿੱਚ ਸੱਚ ਸਰੂਪ ਦੇ ਗਿਆਨ ਦਾ ਕਾਰਜ ਹੈ। ਭਜਨ ਸਿਮਰਨ ਰੂਪੀ ਸੱਚਾ ਕਾਰਜ ਹੈ। ਜਾਂ ਭਗਤਾਂ ਦਾ ਘਰ ਕਿਹੜਾ ਅੰਤਿ ਕਰਨ, ਇਹਦੇ ਵਿੱਚ ਸੱਚਾ ਕਾਰਜ ਇਹੀ ਹੈ ਕਿ ਜੋ ਹਰ ਗੁਣ ਸਦਾ ਵਖਾਣੇ ਰਾਮ, ਸਦਾ ਹਮੇਸ਼ਾ ਹੀ ਰਮੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਕਥਨ ਕਰਦੇ ਨੇ। ਭਗਤ ਖਜ਼ਾਨਾ ਆਪੇ ਦੀਆਂ, ਭਗਤਾਂ ਨੂੰ ਪਰਮੇਸ਼ਰ ਨੇ ਆਪ ਹੀ ਭਗਤੀ ਰੂਪ ਖਜ਼ਾਨਾ ਭੰਡਾਰਾ ਬਖਸ਼ਿਆ। ਕਾਲ ਕੰਟਕ ਮਾਰ ਸਮਾਣੇ ਰਾਮ, ਇਸੇ ਕਰਕੇ ਭਗਤ ਜਨ ਦੁਖਦਾਈ ਕਾਲ ਨੂੰ ਮਾਰ ਕੇ ਪਰਮੇਸ਼ਰ ਦੇ ਸਰੂਪ ਦੇ ਵਿੱਚ ਸਮਾਏ ਹੋਏ ਨੇ। ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ, ਦੁਖਦਾਈ ਕਾਲ ਨੂੰ ਮਾਰ ਕੇ ਪਰਮੇਸ਼ਰ ਵਿੱਚ ਸਮਾਏ ਨੇ, ਕਿਉਂਕਿ ਉਹ ਹਰੀ ਪਰਮੇਸ਼ਰ ਦੇ ਮਨ ਦੇ ਵਿੱਚ ਪਾਏ ਹਨ। ਜਾਂ ਇਸੇ ਪ੍ਰਕਾਰ ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ, ਉਹ ਮਨ ਵਿੱਚ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਨੇ ਤੇ ਉਹਨਾਂ ਨੇ ਗੁਰਾਂ ਦੇ ਪਾਸੋਂ ਸੱਚੇ ਪਰਮੇਸ਼ਰ ਦਾ ਨਾਮ ਨਿਧਾਨ ਸੱਚ ਪਾਇਆ, ਨਾਮ ਰੂਪ ਖਜ਼ਾਨਾ ਪਾਇਆ ਹੈ। ਜਨਾਂ ਭਗਤ ਜਨਾਂ ਨੇ ਨਿਧੀਆਂ ਦਾ ਖਜ਼ਾਨਾ ਸੱਚਾ ਨਾਮ ਪਾਇਆ ਹੈ। ਇਸੇ ਕਰਕੇ ਉਹ ਪਰਮੇਸ਼ਰ ਦੇ ਮਨ ਦੇ ਵਿੱਚ ਪਾਏ ਨੇ ਅਤੇ ਦੁਖਦਾਈ ਕਾਲ ਨੂੰ ਮਾਰ ਕੇ ਪਰਮੇਸ਼ਰ ਦੇ ਵਿੱਚ ਸਮਾਏ ਹਨ। ਜਿਵੇਂ ਕੰਡਾ ਦੁੱਖ ਦਿੰਦਾ ਹੈ, ਇਉਂ ਕਾਲ ਦੁਖਦਾਈ ਹੈ, ਇਹਨੂੰ ਮਾਰ ਕੇ ਵਾਹਿਗੁਰੂ ਵਿੱਚ ਸਮਾਏ ਨੇ। ਸਾਦਾ ਖੋਟਾ ਕਾਦੇ ਨਾਨਕ ਖੁੱਟਾ, ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਧਨ ਹੈ ਇਹ ਹਮੇਸ਼ਾ ਮੁੱਕਣ ਤੋਂ ਰਹਿਤ ਹੈ, ਜੋ ਕਦੇ ਵੀ ਮੁੱਕਦਾ ਨਹੀਂ ਹੈ। ਹਰ ਦੀਆ ਸਹਿਜ ਸੁਭਾਇਆ, ਜੋ ਹਰੀ ਪਰਮੇਸ਼ਰ ਨੇ ਭਗਤਾਂ ਨੂੰ ਸੁਤੇ ਸਿੱਧ ਸੁਭਾਵਕ ਹੀ ਬਖਸ਼ ਦਿੱਤਾ ਹੈ। ਪਤਾ ਹੀ ਨਹੀਂ ਲੱਗਾ ਕਦੋਂ ਬਖਸ਼ ਦਿੱਤਾ ਹੈ। ਹਰ ਜਨ ਉੱਚੇ ਸਦ ਹੀ ਉੱਚੇ, ਪਰਮੇਸ਼ਰ ਦੇ ਭਗਤ ਜਨ ਬ੍ਰਹਮਾ ਆਦਿਕ ਸਭਨਾਂ ਤੋਂ ਉੱਚੇ ਨੇ ਅਰ ਹਮੇਸ਼ਾ ਵਾਸਤੇ ਹੀ ਉੱਚੇ ਨੇ। ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਵਰ, ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਕਿ ਸ਼ਿਵ ਜੀ ਵੀ ਬ੍ਰਹਮ ਗਿਆਨੀ ਨੂੰ ਲੱਭਦਾ ਜਿਹੜਾ ਚਾਰ ਯੁੱਗ ਅੱਖਾਂ ਹੀ ਨਹੀਂ ਖੋਲਦਾ। ਵੇਖ ਲਓ ਕਿੱਡਾ ਵੱਡਾ ਸ਼ਿਵ ਜੀ ਮਹਾਰਾਜ ਭਗਤ ਹੈ ਰੱਬ ਦਾ, ਮਤਲਬ ਬ੍ਰਹਮ ਗਿਆਨੀ ਉਹਦੇ ਤੋਂ ਵੱਡਾ ਹੋਇਆ ਤਾਂ ਹੀ ਲੱਭਦਾ ਹੈ, ਕਿਉਂਕਿ ਸ਼ਿਵ ਜੀ ਤਾਂ ਸ਼ਿਵ ਜੀ ਆ ਤੇ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਖੁਦ ਆਪ ਹੀ ਪਰਮੇਸ਼ਰ। ਫਿਰ ਸ਼ਿਵ ਜੀ ਮਰਦਾ ਤੇ ਜੰਮਦਾ ਹੈ, ਕਦੀ ਨਾ ਕਦੀ ਕਾਲ ਉਹਦਾ ਆਉਂਦਾ ਹੀ ਹੈ, ਪਰ ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਇਸ ਲਈ ਸਭ ਦੇਵਤਿਆਂ ਤੋਂ ਗੁਰਮੁਖ ਬ੍ਰਹਮ ਗਿਆਨੀ ਵੱਡੇ ਉੱਚੇ ਨੇ। ਗੁਰ ਕੈ ਸ਼ਬਦ ਸੁਹਾਇਆ, ਭਾਵ ਬਾਕੀ ਜਿੰਨੇ ਨੇ ਉਹ ਤਿੰਨ ਗੁਣਾਂ ਦੇ ਵਿੱਚ ਨੇ, ਰਜੋ ਸਤੋ ਤੇ ਤਮੋ। ਕ੍ਰਿਸ਼ਨ ਭਗਵਾਨ ਨੇ ਗੀਤਾ ਵਿੱਚ ਆਖਿਆ ਹੈ ਕਿ ਤ੍ਰਿਗੁਣ ਵਿਸ਼ਿਆ ਵੇਦਾ ਚਤੁਰਥ ਗੁਣੋਂ ਭਵਾਰ ਜਣਾ। ਜਿਹੜੇ ਭਗਤ ਜਨ ਨੇ ਤਿੰਨਾਂ ਗੁਣਾਂ ਤੋਂ ਅਤੀਤ ਚੌਥੇ ਪਦ 'ਚ ਵਰਤਦੇ ਨੇ, ਕਿਉਂਕਿ ਉਹਨਾਂ ਦਾ ਮਨ ਪੂਰੇ ਗੁਰਾਂ ਦੇ ਉਪਦੇਸ਼ ਕਰਕੇ ਸ਼ੋਭਨੀਕ ਹੋਇਆ ਹੈ। ਨਾਨਕ ਆਪੇ ਬਖਸ਼ ਮਿਲਾਏ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸਤਿਗੁਰਾਂ ਦੇ ਦੁਆਰਾ ਨਾਮ ਦੀ ਦਾਤ ਬਖਸ਼ ਕੇ ਆਪ ਹੀ ਪਰਮੇਸ਼ਰ ਨੇ
ਭਗਤਾਂ ਨੂੰ ਆਪਣੇ ਸਰੂਪ ਦੇ ਨਾਲ ਮਿਲਾਇਆ ਹੈ। ਜੁਗ ਜੁਗ ਸੋਭਾ ਪਾਇਆ, ਇਸੇ ਕਰਕੇ ਉਹਨਾਂ ਨੇ ਜੁਗਾਂ ਜੁਗਾਂ ਦੇ ਵਿੱਚ ਸੋਭਾ ਨੂੰ ਪਾਇਆ, ਜਾਂ ਚੌਹਾਂ ਸਾਧਨਾਂ ਦੇ ਸੰਯੁਕਤ ਹੋ ਕੇ ਦੋ ਜੀਵ ਤੇ ਈਸ਼ ਦੀ ਏਕਤਾ ਕਰਕੇ ਸ਼ੋਭਾ ਨੂੰ ਪਾਉਣਾ ਕੀਤਾ ਹੈ। ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਤੀਜੇ ਪਾਤਸ਼ਾਹ ਦਾ ਇੱਕ ਸ਼ਬਦ ਦੂਜੇ ਘਰ 'ਚ ਤੇ ਦੂਜਾ ਤੀਜੇ ਘਰ ਦੇ ਵਿੱਚ ਆਪ ਨੇ ਸਰਵਣ ਕੀਤਾ ਹੈ। ਭੁੱਲ ਚੁੱਕ ਖਿਮਾ ਕਰਨੀ ਜੀ। ਅੱਗੇ ਦੋ ਸਮਤ ਬਖਸ਼ਣੇ। ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।